ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਸੰਗਤਾਂ ਨੂੰ। ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਚੇਤੀ ਗੌੜੀ ਰਾਗ ਦੇ ਅੰਦਰ ਚੇਤੀ ਜਾਤੀ ਦੁਆਰਾ ਨਾਮਦੇਵ ਜੀ ਦੀ ਬਾਣੀ ਹੈ। ਭਗਤ ਨਾਮਦੇਵ ਜੀ ਦੇ ਅੱਧੇ ਸ਼ਬਦ ਦੀ ਵਿਚਾਰ ਹੋ ਚੁੱਕੀ ਹੈ। ਦੇਵਾ ਪਾਹਨ ਧਾਰੀ ਅਲੇ ਰਾਮ ਕਹਿਤ ਜਨ ਕਸ ਨਾ ਤਰੇ, ਧਾਰੀ ਲੈ ਗਨਕਾ ਬਿਨ ਰੂਪ ਕੋਜਾ ਵਿਆਦ ਅਜਾਮਲ ਧਾਰੀ ਅਲੇ। ਇਸ ਪੰਗਤੀਆਂ ਤੱਕ ਵਿਚਾਰ ਹੋ ਚੁੱਕੀ ਹੈ। ਵਿਆਦ ਅਜਾਮਲ ਧਾਰੀ ਅਲੇ, ਇਸ ਪੰਗਤੀ ਦੀ ਵਿਚਾਰ ਰਹਿੰਦੀ ਹੈ ਕਿ ਵਿਆਦ ਅਜਾਮਲ ਧਾਰੀ ਅਲੇ, ਜੋ ਵਿਆਦ ਦੀ ਸਾਖੀ ਹੈ ਕਿ ਵਿਆਦ ਕਹੇਗਾ ਸ਼ਿਕਾਰੀ ਨੂੰ ਕਿ ਜਿਹੜਾ ਸ਼ਿਕਾਰੀ ਪਾਪ ਕਰਨ ਵਾਲਾ ਹੁੰਦਾ ਹੈ, ਜੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਏ ਉਸ ਨੂੰ ਵੀ ਤਾਰ ਦਿੰਦਾ ਹੈ ਉਹ ਪਰਮੇਸ਼ਰ। ਗਲਤੀਆਂ ਨੂੰ ਮੰਨ ਕੇ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਜਾਵੇ। ਇਹ ਵਿਆਦ ਦੀ ਸਾਖੀ ਹੈ ਕਿ ਤ੍ਰੇਤੇ ਯੁੱਗ ਦੇ ਵਿੱਚ ਇੱਕ ਵਿਆਦ ਇੱਕ ਸ਼ਿਕਾਰੀ ਹੋਇਆ ਹੈ ਜਿਸ ਦਾ ਨਾਮ ਲੋਧੀਆ ਸੀ। ਇਸ ਸ਼ਿਕਾਰੀ ਦਾ ਇਹ ਲੋਧੀਆ ਨਾਮ ਦਾ ਸ਼ਿਕਾਰੀ ਸੀ। ਇਹ ਜੰਗਲ ਦੇ ਵਿੱਚ ਅਨੇਕਾਂ ਪੰਛੀਆਂ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਕੁਝ ਵੇਚ ਆਉਂਦਾ ਸੀ ਤੇ ਕੁਝ ਖਾ ਲੈਂਦਾ ਸੀ। ਸ਼ਿਕਾਰ ਕਰਕੇ ਹੀ ਗੁਜ਼ਾਰਾ ਕਰਦਾ ਸੀ। ਇੱਕ ਦਿਨ ਇਸ ਨੂੰ ਕੋਈ ਸ਼ਿਕਾਰ ਨਾ ਮਿਲਿਆ। ਲੋਧੀਆ ਸ਼ਿਕਾਰੀ ਨੂੰ, ਵਿਆਦੀ ਨੂੰ ਇੱਕ ਦਿਨ ਕੋਈ ਸ਼ਿਕਾਰ ਨਾ ਮਿਲਿਆ। ਜੰਗਲ ਵਿੱਚ ਫਿਰਦੇ ਹੋਏ ਨੇ ਇੱਕ ਰਿਸ਼ੀ ਚੰਦਰਕ ਮੁਨੀ ਨੂੰ ਸਮਾਧੀ ਲਾਈ ਬੈਠੇ ਨੂੰ ਵੇਖਿਆ ਇਹਨੇ। ਲੋਧੀਆ ਸ਼ਿਕਾਰੀ ਨੇ ਕਿ ਇੱਕ ਦਿਨ ਸਮਾਧੀ ਲਾਈ ਚੰਦਰਕ ਮੁਨੀ ਰਿਸ਼ੀ ਨੂੰ ਸਮਾਧੀ ਲਾਈ ਬੈਠਾ ਵੇਖਿਆ ਤੇ ਉਸ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਸੁੱਖ ਨਾ ਸੁੱਖ ਲਈ। ਜਿਵੇਂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ, ਸੁੱਖਾਂ ਸੁੱਖਦੇ ਹਾਂ ਕਿ ਇਸ ਨੇ ਉਸ ਰਿਸ਼ੀ ਦੇ ਚਰਨਾਂ 'ਤੇ ਮੱਥਾ ਟੇਕ ਕੇ ਸੁੱਖ ਲਈ। ਸੁੱਖ ਕੀ ਸੁਖੀ ਕਿ ਹੇ ਰਿਸ਼ੀ ਜੀ, ਜੇਕਰ ਮੈਨੂੰ ਅੱਜ ਸ਼ਿਕਾਰ ਮਿਲ ਜਾਣ ਤਾਂ ਚੌਥਾ ਹਿੱਸਾ ਤੁਹਾਡੀ ਭੇਟਾ ਕਰਾਂਗਾ। ਇਉਂ ਬੇਨਤੀ ਕਰਕੇ ਅੱਗੇ ਸ਼ਿਕਾਰ ਕਰਨ ਲਈ ਚਲਿਆ ਗਿਆ ਤੇ ਸ਼ਿਕਾਰ ਕਰਨ ਜਦੋਂ ਜੰਗਲ ਦੇ ਵਿੱਚ ਚਲਿਆ ਗਿਆ, ਬਹੁਤ ਸਾਰੇ ਪੰਛੀ ਆਦਿਕ ਮਾਰ ਕੇ ਲੈ ਆਇਆ ਅਤੇ ਲਿਆ ਕਰਕੇ ਰਿਸ਼ੀ ਦੇ ਸਾਹਮਣੇ ਰੱਖ ਦਿੱਤੇ। ਰਿਸ਼ੀ ਸਮਾਧੀ ਦੇ ਵਿੱਚ ਲੱਗਿਆ ਹੋਇਆ ਸੀ ਤੇ ਜਦੋਂ ਰਿਸ਼ੀ ਦੇ ਅੱਗੇ ਰੱਖ ਦਿੱਤੇ, ਉਸ ਤੋਂ ਬਾਅਦ ਜਦੋਂ ਰਿਸ਼ੀ ਨੇ ਸਮਾਧੀ ਤੋਂ ਅੱਖਾਂ ਖੋਲ੍ਹੀਆਂ
ਤਾਂ ਇਸ ਲੋਧੀਆ ਸ਼ਿਕਾਰੀ ਨੇ ਵਿਆਧੀ ਨੇ ਬੇਨਤੀ ਕੀਤੀ ਰਿਸ਼ੀ ਨੂੰ ਕਿ ਮਹਾਰਾਜ ਆਪ ਜੀ ਦੇ ਕੋਲ ਸੁੱਖੀ ਹੋਈ ਸੁਖਨਾ ਪੂਰੀ ਹੋ ਗਈ ਹੈ ਕਿ ਮੈਂ ਸ਼ਿਕਾਰ ਖੇਡਣ ਗਿਆ ਸੀ, ਸੁਖਣਾ ਸੁੱਖ ਕੇ ਗਿਆ ਸੀ ਕਿ ਜੇ ਮੈਨੂੰ ਸ਼ਿਕਾਰ ਮਿਲ ਗਿਆ ਮੈਂ ਚੌਥਾ ਹਿੱਸਾ ਤੁਹਾਨੂੰ ਭੇਟਾ ਕਰਾਂਗਾ। ਇਹ ਮੇਰੀ ਸੁਖਣਾ ਪੂਰੀ ਹੋ ਗਈ ਹੈ ਤੇ ਆਪ ਜੀ ਆਪਣਾ ਚੌਥਾ ਹਿੱਸਾ ਵੰਡ ਲਓ। ਇਹ ਸ਼ਿਕਾਰ ਜਿਹੜਾ ਮੈਂ ਕਰਕੇ ਲਿਆਇਆ ਹਾਂ ਇਹ ਤੁਹਾਡੇ ਅੱਗੇ ਭੇਟਾ ਕੀਤਾ ਹੈ, ਚੌਥਾ ਹਿੱਸਾ ਕੱਢ ਲਓ। ਚੰਦਰਕ ਮੁਨੀ ਨੇ ਕਿਹਾ ਕਿ ਤੂੰ ਬੜਾ ਹੀ ਆਤਮਘਾਤੀ ਹੈ, ਤੂੰ ਬੜਾ ਹੀ ਮਾੜਾ ਆਦਮੀ ਹੈ, ਤੂੰ ਬੜੇ ਹੀ ਪਾਪ ਕਰਦਾ ਹੈ, ਤੂੰ ਬਹੁਤ ਪਾਪ ਕੀਤਾ ਹੈ। ਇਹ ਜਿਹੜੇ ਬੇਜ਼ਬਾਨ ਪੰਛੀਆਂ ਆਦਿਕ ਨੂੰ ਮਾਰ ਕੇ ਸਾਡੀ ਭੇਟਾ ਰੱਖਦਾ ਹੈ, ਇਹ ਤੂੰ ਬੜਾ ਪਾਪ ਕੀਤਾ ਹੈ। ਰਿਸ਼ੀ ਕਹਿਣ ਲੱਗਿਆ ਅਸੀਂ ਤੈਨੂੰ ਸ਼ਰਾਪ ਦੇ ਦੇਵਾਂਗੇ ਕਿ ਤੂੰ ਸਾਡੀ ਭੇਟਾ ਦੇ ਵਿੱਚ ਸ਼ਿਕਾਰ ਕਰਕੇ ਲਿਆ ਕੇ ਭੇਟਾ ਰੱਖ ਰਿਹਾ ਹੈ, ਐਸੀ ਤੈਨੂੰ ਸ਼ਰਾਪ ਦੇ ਦਿਆਂਗੇ। ਸ਼ਿਕਾਰੀ ਡਰ ਗਿਆ ਤੇ ਕਹਿੰਦਾ ਮੁਨੀ ਜੀ ਮੈਨੂੰ ਮਾਫ ਕਰ ਦਿਓ, ਸ਼ਰਾਪ ਨਾ ਦਿਓ। ਤਾਂ ਚੰਦਰਕ ਮੁਨੀ ਨੇ ਇਹ ਕਿਹਾ ਜਾਂ ਸਾਨੂੰ ਚਤੁਰਭੁਜੀ ਜਾਨਵਰ ਫੜ ਕੇ ਲਿਆ ਦੇ, ਕਿਉਂਕਿ ਪਰਮੇਸ਼ਰ ਦੇ ਨਾਲ ਜੋੜਨਾ ਸੀ। ਚਤੁਰਭੁਜੀ ਜਾਨਵਰ ਹੁੰਦਾ ਹੀ ਨਹੀਂ ਕਿ ਉਸ ਪਰਮੇਸ਼ਰ ਦਾ ਨਾਮ ਭਾਵ ਉਸ ਪਰਮੇਸ਼ਰ ਵੱਲ ਇਸ਼ਾਰਾ ਕਰਤਾ। ਇਹ ਮੁਨੀ ਜੀ ਦੇ ਬਚਨਾਂ ਉੱਪਰ ਨਿਸ਼ਚਾ ਕਰਕੇ ਕਹਿਣ ਲੱਗਿਆ ਕਿ ਹੁਣੇ ਹੀ ਲਿਆ ਦਿੰਦਾ ਹਾਂ, ਮੈਨੂੰ ਸ਼ਰਾਪ ਨਾ ਦਿਓ, ਮੈਨੂੰ ਮਾਫ ਕਰ ਦਿਓ ਕਿ ਮੈਂ ਜੋ ਚਤੁਰਭੁਜੀ ਜਾਨਵਰ ਹੈ ਉਹ ਫੜ ਕੇ ਲਿਆ ਦਿੰਦਾ ਹਾਂ। ਇਸ ਤਰ੍ਹਾਂ ਕਹਿ ਕੇ ਜੰਗਲ ਵਿੱਚ ਚਤੁਰਭੁਜੀ ਜਾਨਵਰ ਨੂੰ ਭਾਲਣ ਚੱਲ ਪਿਆ, ਪਰੰਤੂ ਉਹ ਜਾਨਵਰ ਕਿਤੋਂ ਵੀ ਨਾ ਮਿਲਿਆ। ਅਖੀਰ ਥੱਕ ਹਾਰ ਕੇ ਘਰ ਆ ਗਿਆ ਤੇ ਚਿੰਤਾ ਬਣਾ ਕੇ ਸੜਨ ਲੱਗਿਆ ਕਿ ਮੈਨੂੰ ਚਤੁਰਭੁਜੀ ਜਾਨਵਰ ਨਹੀਂ ਮਿਲਿਆ ਤੇ ਉਧਰੋਂ ਰਿਸ਼ੀ ਜੀ ਸ਼ਰਾਪ ਦੇ ਦੇਣਗੇ, ਇਦੋਂ ਤਾਂ ਕਿ ਮੱਚ ਕੇ ਸੜ ਜਾਣਾ ਹੀ ਚੰਗਾ ਹੈ। ਤੇ ਘਰ ਵਾਲੀ ਨੇ ਕਿਹਾ ਕਿ ਤੁਹਾਨੂੰ ਤਾਂ ਕਿਸੇ ਰਿਸ਼ੀ ਨੇ ਐਵੇਂ ਹੀ ਵਹਿਮ ਪਾ ਦਿੱਤਾ ਹੈ, ਉਸ ਵਹਿਮ ਦੇ ਵਿੱਚ ਹੀ ਤੁਸੀਂ ਸੜ ਰਹੇ ਹੋ। ਚਤੁਰਭੁਜੀ ਜਾਨਵਰ ਤਾਂ ਕਦੇ ਕਿਸੇ ਨੇ ਵੇਖਿਆ ਹੀ ਨਹੀਂ ਹੋਣਾ ਕਿ ਤੁਹਾਨੂੰ ਐਵੇਂ ਵਹਿਮ ਪਾ ਦਿੱਤਾ ਕਿ ਰਿਸ਼ੀ ਮੁਨੀ ਕਦੇ ਝੂਠ ਨਹੀਂ ਬੋਲਦੇ। ਇਹ ਲੋਧੀਆ ਸ਼ਿਕਾਰੀ ਕਹਿਣ ਲੱਗਿਆ ਘਰ ਵਾਲੀ ਨੂੰ ਕਿ ਚਤੁਰਭੁਜੀ ਜਾਨਵਰ ਜ਼ਰੂਰ ਹੋਣਾ ਹੈ, ਇਹ ਕਦੇ ਝੂਠ ਨਹੀਂ ਬੋਲਦੇ ਹੁੰਦੇ ਰਿਸ਼ੀ ਮੁਨੀ। ਮੈਨੂੰ ਉਹਨਾਂ ਦੇ ਬਚਨਾਂ ਉੱਪਰ ਪੂਰਾ ਨਿਸ਼ਚਾ ਹੈ। ਇਹ ਕਹਿ ਕੇ ਜਦੋਂ ਸੜਨ ਲੱਗਿਆ, ਆਪਦੇ ਆਪ ਨੂੰ ਅੱਗ ਲਾਉਣ ਲੱਗਿਆ, ਤਾਂ ਭਗਵਾਨ ਨੇ ਪਰਮੇਸ਼ਰ ਨੇ ਇਸ ਦਾ ਦ੍ਰਿੜ ਨਿਸ਼ਚਾ ਵੇਖ ਕੇ ਚਤੁਰਭੁਜੀ ਜਾਨਵਰ ਦਾ ਰੂਪ ਧਾਰਨ ਕਰ ਲਿਆ। ਜਿਵੇਂ ਹਰਨਾਕਸ਼ ਵੇਲੇ ਨਰਸਿੰਘ ਦਾ ਰੂਪ ਧਾਰਨ ਕੀਤਾ ਸੀ ਪਰਮੇਸ਼ਰ ਨੇ, ਕਿ ਜਾਨਵਰ ਚਤੁਰਭੁਜੀ ਦਾ ਰੂਪ ਧਾਰਨ ਕਰ ਲਿਆ। ਇਸ ਦੇ ਸਾਹਮਣੇ ਆ ਗਏ ਭਗਵਾਨ, ਚਤੁਰਭੁਜੀ ਦਾ ਰੂਪ ਧਾਰ ਕੇ ਸਾਹਮਣੇ ਆ ਗਏ। ਇਹ ਉਸ ਵੇਲੇ ਉਸ ਚਤੁਰਭੁਜੀ ਪੰਛੀ ਨੂੰ ਫੜਨ ਲਈ ਉਸ ਦੇ ਮਗਰ ਦੌੜਿਆ, ਤਾਂ ਚਤੁਰਭੁਜੀ ਬਣੇ ਭਗਵਾਨ ਜੀ ਕਦੇ ਕਿਸੇ ਪਾਸੇ ਦੌੜ ਜਾਣ, ਕਦੇ ਕਿਸੇ ਪਾਸੇ ਵੱਲ ਚਲੇ ਜਾਣ। ਇਹ ਲੋਧੀਆ ਸ਼ਿਕਾਰੀ ਉਸ ਦੇ ਮਗਰ ਮਗਰ ਕੰਡਿਆਲੀਆਂ ਝਾੜੀਆਂ ਵਿੱਚੋਂ ਲੰਘਦਾ ਹੋਇਆ ਫੜਦਾ ਹੈ, ਪਰੰਤੂ ਭਗਵਾਨ ਜੀ ਪਕੜੇ ਨਹੀਂ ਜਾਂਦੇ ਅਤੇ ਇਸ ਦਾ ਸਰੀਰ ਵੀ ਕੰਡੇ ਵੱਜਣ ਕਰਕੇ ਲਹੂ ਲੁਹਾਨ ਹੋ ਗਿਆ। ਅਖੀਰ ਥੱਕ ਕੇ ਜਦੋਂ ਚਤੁਰਭੁਜੀ ਜਾਨਵਰ ਜੋ ਪਰਮੇਸ਼ਰ ਬਣਿਆ ਸੀ, ਜਦੋਂ ਅਖੀਰ ਨੂੰ ਥੱਕ ਕੇ ਛੁਰਾ ਕੱਢ ਲਿਆ, ਆਪਣੇ ਆਪ ਨੂੰ ਛੁਰਾ ਮਾਰ ਲੱਗਿਆ
ਤਾਂ ਚਤੁਰਭੁਜੀ ਪੰਛੀ ਬਣੇ ਭਗਵਾਨ ਪਰਮੇਸ਼ਰ ਆਪ ਹੀ ਇੱਕ ਝਾੜੀ ਵਿੱਚ ਅੜ ਕੇ ਖਲੋ ਗਏ। ਇਸ ਨੇ ਝੱਟ ਹੀ ਜਾ ਕੇ ਚਤੁਰਭੁਜੀ ਬਣੇ ਭਗਵਾਨ ਦਾ ਰੂਪ ਤੇ ਉਸ ਨੂੰ ਫੜ ਕੇ ਮੋਢੇ ਉੱਪਰ ਚੱਕ ਕੇ ਰਿਸ਼ੀ ਜੀ ਦੇ ਕੋਲ ਲੈ ਆਂਦਾ ਤੇ ਕਿਹਾ, ਮੁਨੀ ਜੀ, ਜੋ ਆਪ ਜੀ ਨੇ ਕਿਹਾ ਸੀ ਵੇਖੋ ਤਾਂ ਭਲਾ ਇਹੋ ਹੀ ਚਤੁਰਭੁਜੀ ਜਾਨਵਰ ਹੈ। ਰਿਸ਼ੀ ਜੀ ਬੜੇ ਪ੍ਰਸੰਨ ਹੋਏ, ਖੁਸ਼ ਹੋਏ, ਕਹਿਣ ਲੱਗੇ ਕਿ ਤੂੰ ਅੱਜ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਹਨ। ਇਹ ਚਤੁਰਭੁਜੀ ਨਹੀਂ, ਪਰਮੇਸ਼ਰ ਹੈ ਆਪ, ਉਸ ਦੇ ਦਰਸ਼ਨ ਕਰਵਾ ਦਿੱਤੇ ਹਨ। ਫਿਰ ਚਤੁਰਭੁਜੀ ਬਣੇ ਭਗਵਾਨ ਜੀ ਦੀ ਜਾਲੀ ਖੋਲ੍ਹੀ ਤੇ ਭਗਵਾਨ ਜੀ ਨੇ ਆਪਣੇ ਸਰੂਪ ਵਿੱਚ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਰਿਸ਼ੀ ਨੇ ਕਿਹਾ ਕਿ ਭਗਵਾਨ ਜੀ, ਤੁਸੀਂ ਇਸ ਸ਼ਿਕਾਰੀ ਦੇ ਹੱਥ ਕਿਵੇਂ ਆ ਗਏ? ਇਹ ਤਾਂ ਬੜਾ ਪਾਪੀ ਸੀ, ਸ਼ਿਕਾਰ ਖੇਡਦਾ ਸੀ, ਤੁਸੀਂ ਇਸ ਦੇ ਹੱਥ ਕਿਵੇਂ ਆ ਗਏ? ਤਾਂ ਭਗਵਾਨ ਨੇ ਕਿਹਾ ਕਿ ਹੇ ਰਿਸ਼ੀ, ਅਸੀਂ ਤੇਰੇ ਦਿੱਤੇ ਹੋਏ ਵਚਨ ਨੂੰ ਪੂਰਾ ਕਰਨ ਲਈ ਹੀ ਇਸ ਦੇ ਹੱਥ ਵਿੱਚ ਆਏ ਹਾਂ। ਉਸ ਵੇਲੇ ਬਦਕ, ਉਸ ਵੇਲੇ ਸ਼ਿਕਾਰੀ ਨੂੰ ਸਮਝ ਪਈ ਕਿ ਤੁਸੀਂ ਤਾਂ ਆਪ ਭਗਵਾਨ ਹੋ, ਮੈਨੂੰ ਮਾਫ਼ ਕਰ ਦਿਓ ਅਤੇ ਮੇਰਾ ਉਧਾਰ ਕਰੋ। ਤਾਂ ਭਗਵਾਨ ਨੇ ਕਿਹਾ, ਪਰਮੇਸ਼ਰ ਨੇ ਕਿ ਹੁਣ ਤੂੰ ਤਪ ਕਰ, ਅੱਗੇ ਕਲਯੁਗ ਦੇ ਸਮੇਂ ਵਿੱਚ ਖੁਦ ਨਿਰੰਕਾਰ ਆਪ ਸਰੂਪ ਧਾਰਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਣਗੇ। ਉਹਨਾਂ ਦੀ 10ਵੀਂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫਿਰ ਤੇਰਾ ਉਧਾਰ ਕਰਨਗੇ। ਸੋ ਬਦਕ ਇਹ ਰਿਸ਼ੀ ਵਾਹਿਗੁਰੂ ਇਹ ਬਦਕ ਕਲਯੁਗ ਵਿੱਚ ਜਗਨਨਾਥਪੁਰੀ ਵਿੱਚ ਹਿੰਮਤ ਰਾਏ ਦੇ ਸਰੂਪ ਵਿੱਚ ਪ੍ਰਗਟ ਹੋਇਆ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਕਲਗੀਧਰ ਪਾਤਸ਼ਾਹ ਜੀ ਨੂੰ ਸੀਸ ਭੇਟ ਕਰਕੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਦੇ ਸਰੂਪ ਵਿੱਚ ਸਜਾ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅੱਗੇ ਸਾਖੀ ਆਉਂਦੀ ਹੈ ਕਿ ਬਿਆਦ ਅਜਾਮਲ ਤਾਰੀ ਅਲੇ, ਅਜਾਮਲ ਦੀ ਸਾਖੀ ਆਉਂਦੀ ਹੈ ਕਿ ਅਜਾਮਲ ਇੱਕ ਬ੍ਰਾਹਮਣ ਪੰਡਤ ਸੀ, ਜਿਸ ਦਾ ਪਿਤਾ ਇੱਕ ਰਾਜ ਪੰਡਤ ਸੀ। ਕਿ ਅਜਾਮਲ ਇੱਕ ਬ੍ਰਾਹਮਣ ਪੰਡਤ ਸੀ, ਇਸ ਦਾ ਪਿਤਾ ਇੱਕ ਰਾਜ ਪੰਡਤ ਸੀ ਤੇ ਰਾਜੇ ਦਾ ਪੰਡਤ ਸੀ, ਜੋ ਰਾਜੇ ਦੀ ਸਭਾ ਵਿੱਚ ਕਥਾ ਕਰਿਆ ਕਰਦਾ ਸੀ। ਉਸ ਨੇ ਅਜਾਮਲ ਨੂੰ ਵਿੱਦਿਆ ਪੜ੍ਹਨ ਲਈ ਸ਼ਹਿਰ ਵਿੱਚ ਇੱਕ ਵਿਦਵਾਨ ਕੋਲ ਭੇਜਣਾ ਸ਼ੁਰੂ ਕਰ ਦਿੱਤਾ। ਰਸਤੇ ਵਿੱਚ ਬੇਸਬਾਵਾਂ ਦਾ ਬਾਜ਼ਾਰ ਪੈਂਦਾ ਸੀ। ਅਜਾਮਲ ਨੇ ਵਿੱਦਿਆ ਗੁਰੂ ਨੇ ਕਿਹਾ ਕਿ ਪੁੱਤਰ ਤੂੰ ਸ਼ਹਿਰ ਦੇ ਵਿੱਚ ਦੀ ਕਦੇ ਵੀ ਨਹੀਂ ਆਉਣਾ, ਕਿਉਂਕਿ ਰਾਹ ਦੇ ਵਿੱਚ ਬੇਸਬਾਵਾਂ ਦਾ ਟਿਕਾਣਾ ਹੈ, ਤੂੰ ਉੱਧਰ ਦੀ ਕਦੇ ਵੀ ਨਹੀਂ ਆਉਣਾ, ਨਾ ਹੀ ਉੱਧਰ ਦੀ ਜਾਣਾ ਹੈ। ਜਦੋਂ ਪੜ੍ਹਨ ਆਉਣਾ ਹੈ, ਬਾਹਰ ਦੀ ਆਉਣਾ ਹੈ। ਇਸ ਪ੍ਰਕਾਰ ਅਜਾਮਲ ਨੂੰ 3-4 ਮੀਲ ਹੋਰ ਪੈਂਡਾ ਤੈਅ ਕਰਕੇ ਆਉਣਾ ਪੈਂਦਾ ਸੀ। ਕੁਝ ਸਮੇਂ ਬਾਅਦ ਇਸ ਦਾ ਪਿਤਾ ਮਰ ਗਿਆ ਅਜਾਮਲ ਦਾ, ਤੇ ਰਾਜੇ ਨੇ ਇਸ ਨੂੰ ਆਪਣੀ ਸਭਾ ਵਿੱਚ ਕਥਾ ਕਰਨ ਲਈ ਰੱਖ ਲਿਆ। ਇਹ ਕਥਾ ਵੀ ਕਰਿਆ ਕਰੇ ਤੇ ਨਾਲ ਵਿੱਦਿਆ ਵੀ ਪੜ੍ਹਨ ਜਾਇਆ ਕਰੇ। ਇਸ ਪ੍ਰਕਾਰ ਅਜਾਮਲ ਨੌਜਵਾਨ ਹੋ ਗਿਆ। ਇਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਨੂੰ ਗੁਰੂ ਨੇ ਬੇਸਵਾ ਦੇ ਬਾਜ਼ਾਰ ਵਿੱਚ ਲੰਘਣ ਤੋਂ ਰੋਕਦਾ ਰਹਿੰਦਾ ਹੈ, ਇਸ ਕਰਕੇ 3-4 ਮੀਲ ਹੋਰ ਪੈਂਡਾ ਤੈਅ ਕਰਨਾ ਪੈਂਦਾ ਹੈ। ਇਹ ਗੁਰੂ ਦੀ ਗੱਲ ਯੋਗ ਨਹੀਂ ਹੈ ਤੇ ਨਾਲ ਮੈਂ ਬਹੁਤ ਸਾਰੀ ਵਿੱਦਿਆ ਪੜ੍ਹ ਚੁੱਕਿਆ ਹਾਂ, ਮੈਨੂੰ ਵਿਕਾਰ ਕਿੱਥੇ ਤੰਗ ਕਰ ਸਕਦੇ ਹਨ। ਇਸ ਤਰ੍ਹਾਂ ਵਿਚਾਰ ਕਰਕੇ ਇਹ
ਬੇਸਵਾ ਦੇ ਬਾਜ਼ਾਰ ਵਿੱਚ ਗਿਆ। ਇੱਕ ਬੇਸਵਾ ਨੇ ਇਸ ਦੀ ਜਵਾਨੀ ਵੇਖ ਕੇ ਤੇ ਜਦ ਤਿਰਛੇ ਨੇਤਰਾਂ ਨਾਲ ਵੇਖਿਆ ਤਾਂ ਇਹ ਉਸ ਦੇ ਸਰੂਪ ਤੇ ਮੋਹਿਤ ਹੋ ਗਿਆ। ਉੱਥੋਂ ਆਣ ਕੇ ਰਾਜੇ ਦੇ ਮਹਿਲਾਂ ਵਿੱਚ ਕਥਾ ਕੀਤੀ। ਉਤਨੇ ਚਿਰ ਨੂੰ ਉਹ ਗਾਉਣ ਵਾਲੀ ਬੇਸਵਾ ਦੀ ਰਾਜੇ ਦੀ ਸਭਾ ਵਿੱਚ ਆ ਗਈ, ਮਗਰ ਹੀ ਇਸ ਬ੍ਰਾਹਮਣ ਦੇ। ਇਹ ਅਜਾਮਲ ਉਸ ਦੇ ਰੂਪ ਨੂੰ ਵੇਖ ਕੇ ਲੁਭਾਏਮਾਨ ਹੋ ਗਿਆ। ਰਾਜੇ ਨੇ ਪੰਡਤ ਨੂੰ ਭ੍ਰਿਸ਼ਟਿਆ ਹੋਇਆ ਜਾਣ ਕੇ ਕਿ ਇਹ ਬੇਸਵਾ ਨਾਲ ਸੰਗ ਕਰਦਾ ਹੈ, ਆਪਣੇ ਨਗਰ ਵਿੱਚੋਂ ਹੀ ਕੱਢ ਦਿੱਤਾ। ਜੋ ਕਥਾ ਕਰਦਾ ਸੀ ਉਸ ਨੂੰ ਭ੍ਰਿਸ਼ਟ ਦਿੱਤਾ ਕਿ ਇਹ ਬੇਸਵਾ 'ਤੇ ਬੁਰੀ ਨਜ਼ਰ ਰੱਖਦਾ ਹੈ, ਇਸ ਨੂੰ ਨਗਰ ਦੇ ਵਿੱਚੋਂ ਹੀ ਕੱਢ ਦਿੱਤਾ। ਫਿਰ ਇਸ ਨੇ ਉਸ ਬੇਸਵਾ ਨਾਲ ਹੀ ਵਿਆਹ ਕਰ ਲਿਆ ਤੇ ਉਸ ਦੇ ਨਾਲ ਜੰਗਲ ਵਿੱਚ ਕੁੱਲੀ ਪਾ ਕੇ ਰਹਿਣ ਲੱਗਿਆ। ਇਸ ਦੇ ਘਰ 6 ਪੁੱਤਰਾਂ ਨੇ ਜਨਮ ਲਿਆ। ਉੱਥੇ ਜਦੋਂ ਜੰਗਲਾਂ ਦੇ ਵਿੱਚ ਕੁੱਲੀ ਪਾ ਕੇ ਰਹਿਣ ਲੱਗ ਗਏ, 6 ਪੁੱਤਰਾਂ ਨੇ ਜਨਮ ਲਿਆ। ਉਹਨਾਂ ਨੂੰ ਖਵਾਉਣ ਵਾਸਤੇ ਉਸ ਦੇ ਕੋਲ ਕੁਝ ਵੀ ਨਹੀਂ ਰਿਹਾ। ਇਹ ਜੰਗਲ ਵਿੱਚ ਪੰਛੀਆਂ ਆਦਿਕ ਦਾ ਸ਼ਿਕਾਰ ਕਰਕੇ ਲਿਆਉਂਦਾ ਸੀ ਤੇ ਉਹ ਹੀ ਸਾਰਾ ਪਰਿਵਾਰ ਖਾਂਦਾ ਸੀ। ਇਸ ਤਰ੍ਹਾਂ ਬਹੁਤ ਦੁਖੀ ਰਹਿੰਦਾ ਸੀ। ਇੱਕ ਦਿਨ ਇਸ ਦੇ ਘਰ ਦੇ 2 ਫਕੀਰ ਆਏ ਅਜਾਮਲ ਦੇ। ਅਜਾਮਲ ਉਸ ਵੇਲੇ ਬਾਹਰ ਸ਼ਿਕਾਰ ਕਰਨ ਲਈ ਗਿਆ ਹੋਇਆ ਸੀ ਤੇ ਉਸ ਦੀ ਪਤਨੀ ਜੋ ਬੇਸਵਾ ਸੀ, ਉਸ ਨੇ ਉਹਨਾਂ ਫਕੀਰਾਂ ਨੂੰ ਬੈਠਣ ਲਈ ਆਸਣ ਦਿੱਤਾ, ਥਾਂ ਦਿੱਤਾ। ਉਤਨੇ ਚਿਰ ਨੂੰ ਅਜਾਮਲ ਵੀ ਆ ਗਿਆ, ਸ਼ਿਕਾਰ ਖੇਡਣ ਗਿਆ ਹੋਇਆ ਸੀ। ਬੇਸਵਾ ਨੇ ਕਿਹਾ ਕਿ ਅੱਜ ਸਾਡੇ ਭਾਗ ਜਾਗੇ ਹਨ। ਜੋ ਫਕੀਰ ਸਾਡੇ ਪਾਪੀਆਂ ਦੀ ਕੁੱਲੀ ਵਿੱਚ ਆਏ ਹਨ, ਆਪਾਂ ਸਾਰੀ ਉਮਰ ਪਾਪ ਕਰਮ ਹੀ ਕਰਦੇ ਰਹੇ ਹਾਂ। ਹੁਣ ਇਹਨਾਂ ਫਕੀਰਾਂ ਦੇ ਚਰਨੀ ਪੈਣ ਕਰਕੇ ਆਪਣੇ ਗੁਨਾਹ ਬਖਸ਼ਾ ਲਈਏ। ਅਜਾਮਲ ਨੂੰ ਇਸ ਦੀ ਘਰ ਵਾਲੀ ਬੇਸਵਾ ਨੇ ਕਿਹਾ ਕਿ ਹੁਣ ਗੁਨਾਹ ਬਖਸ਼ਾਉਣ ਦਾ ਵੇਲਾ ਹੈ, ਫਕੀਰ ਆਏ ਨਾ, ਆਪਾਂ ਆਪਣੇ ਗੁਨਾਹ ਬਖਸ਼ਾ ਲਈਏ। ਇਸ ਪ੍ਰਕਾਰ ਅਜਾਮਲ ਹੱਥ ਪੈਰ ਧੋ ਕਰਕੇ ਫਕੀਰਾਂ ਦੇ ਚਰਨੀ ਪੈ ਗਿਆ ਤੇ ਰੋ ਰੋ ਕੇ ਬੇਨਤੀਆਂ ਕਰਨ ਲੱਗਿਆ ਕਿ ਮਹਾਰਾਜ ਮੈਨੂੰ ਬਚਾ ਲਓ, ਮੈਂ ਸਾਰੀ ਜ਼ਿੰਦਗੀ ਮੰਦ ਕਰਮ ਹੀ ਕਰਦਾ ਰਿਹਾ ਹਾਂ ਤੇ ਹੁਣ ਪਾਪ ਕਰਮ ਕਰ ਰਿਹਾ ਹਾਂ, ਤੁਸੀਂ ਕਿਰਪਾ ਕਰਕੇ ਮੇਰਾ ਉਧਾਰ ਕਰੋ। ਮਹਾਂਪੁਰਖਾਂ ਨੇ ਸੋਚਿਆ ਕਿ ਉਵੇਂ ਤਾਂ ਇਸ ਕੋਲੋਂ ਰਾਮ ਨਹੀਂ ਜਪਿਆ ਜਾਣਾ। ਜੇ ਇਸ ਨੂੰ ਕਿਹਾ ਕਿ ਰਾਮ ਦਾ ਨਾਮ ਜਪਿਆ ਕਰ, ਇਸ ਤੋਂ ਜਪਿਆ ਨਹੀਂ ਜਾਣਾ, ਕੋਈ ਵਿਧੀ ਬਣਾਈਏ, ਇਸ ਨੂੰ ਹੋਰ ਜੁਗਤੀ ਦੱਸਦੇ ਹਾਂ ਕਹਿਣ ਲੱਗੇ। ਉਹਨਾਂ ਨੇ ਕਿਹਾ, ਮਹਾਤਮਾ ਨੇ ਅਜਾਮਲ ਨੂੰ ਕਿ ਤੇਰੇ ਘਰ ਕਿੰਨੇ ਬੱਚੇ ਹਨ? ਇਸ ਨੇ ਕਿਹਾ ਕਿ 6 ਪੁੱਤਰ ਹਨ ਮਹਾਰਾਜ। ਮਹਾਂਪੁਰਖਾਂ ਨੇ ਕਿਹਾ ਕਿ ਹੁਣ ਜਿਹੜਾ 7ਵਾਂ ਪੁੱਤਰ ਤੇਰੇ ਘਰ ਜਨਮੇਗਾ ਉਸ ਦਾ ਨਾਮ ਨਾਰਾਇਣ ਰੱਖੀ, ਪਰਮੇਸ਼ਰ ਭਲਾ ਕਰੇਗਾ ਤੇਰਾ। ਇਉਂ ਕਹਿ ਕੇ ਮਹਾਂਪੁਰਖ ਚਲੇ ਗਏ। ਕੁਝ ਸਮੇਂ ਬਾਅਦ ਇਸ ਦੇ ਘਰ ਪੁੱਤਰ ਪੈਦਾ ਹੋਇਆ। ਮਹਾਂਪੁਰਖਾਂ ਦੇ ਕਹੇ ਅਨੁਸਾਰ ਇਸ ਨੇ ਉਸ ਦਾ ਨਾਮ ਨਾਰਾਇਣ ਰੱਖ ਲਿਆ ਤੇ ਸਾਰਾ ਦਿਨ ਨਾਰਾਇਣ ਨਾਰਾਇਣ ਕਰਦਾ ਰਹਿੰਦਾ। ਉਧਰੋਂ ਇਸ ਦਾ ਅੰਤ ਵੇਲਾ ਆ ਗਿਆ। ਅਜਾਮਲ ਦਾ ਅੰਤ ਵੇਲਾ ਆ ਗਿਆ ਤੇ ਜਮਾ ਤੋਂ ਡਰਦਾ ਉੱਚੀ ਉੱਚੀ ਨਾਰਾਇਣ ਨਾਰਾਇਣ ਕਹੀ ਜਾਵੇ। ਪਰਮੇਸ਼ਰ ਦੇ ਨਾਮ ਕਰਕੇ ਜਮ ਇਸ ਦੇ ਪਾਸ ਨਾ ਆਉਣ ਕਿ ਇਹ ਤਾਂ ਪਰਮੇਸ਼ਰ ਦਾ ਨਾਮ ਜਪੀ ਜਾਂਦਾ ਹੈ। ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਉੱਥੇ ਜਾਮ ਨਹੀਂ ਆਉਂਦੇ। ਜੈਸਾ ਕਿ ਸਤ ਸੰਗਤ ਹੁੰਦੀ ਹੈ, ਸਤ ਸੰਗਤ ਦੇ ਵਿੱਚ ਜਮ ਨਹੀਂ ਆਉਂਦੇ, ਕਿਉਂਕਿ ਨਾਮ ਜਪਿਆ ਜਾਂਦਾ ਹੈ ਉੱਥੇ। ਇਹ ਜਦੋਂ ਅਜਾਮਲ ਨਾਰਾਇਣ ਨਾਰਾਇਣ ਕਹੀ ਜਾਏ, ਪਰਮੇਸ਼ਰ ਦੇ ਨਾਮ ਕਰਕੇ ਜਮ ਇਸ ਦੇ ਪਾਸ ਨਾ ਆਉਣ।
ਅੰਤਰਜਾਮੀ ਪਰਮੇਸ਼ਰ ਨੇ ਜਾਣਿਆ ਕਿ ਪੁੱਤਰ ਦੇ ਬਹਾਨੇ ਜਮਾਂ ਤੋਂ ਡਰਦਾ ਹੋਇਆ ਸਾਨੂੰ ਯਾਦ ਕਰਦਾ ਹੈ, ਕਿ ਨਾਮ ਪੁੱਤਰ ਦਾ ਲੈਂਦਾ ਹੈ। ਜਮਾਂ ਤੋਂ ਡਰਦਾ ਹੋਇਆ ਪੁੱਤਰ ਦੇ ਨਾਮ ਦੇ ਬਹਾਨੇ ਸਾਨੂੰ ਯਾਦ ਕਰਦਾ ਹੈ। ਇਉਂ ਇਸ ਪ੍ਰਕਾਰ ਭਗਵਾਨ ਨੇ ਪਰਮੇਸ਼ਰ ਨੇ ਅਜਾਮਲ ਨੂੰ ਵੀ ਮੁਕਤ ਕਰ ਦਿੱਤਾ ਸੀ। ਕਿ ਇਸੇ ਹੀ ਪ੍ਰਕਾਰ ਨੂੰ ਭਾਈ ਗੁਰਦਾਸ ਜੀ ਆਪਣੀਆਂ 12 ਵਿੱਚ ਇਸ ਪ੍ਰਕਾਰ ਲਿਖਦੇ ਹਨ। ਪਾਤਤ ਅਜਾਮਲ ਪਾਪ ਕਰ ਜਾਏ, ਕਲਾ ਬਾਤਣੀ ਦੇ ਰਹਿਆ। ਪਾਤਤ ਅਜਾਮਲ ਪਾਪ ਕਰ ਜਾਏ, ਕਲਾ ਬਾਤਣੀ ਦੇ ਰਹਿਆ। ਗੁਰਤੇ ਬੇਮੁਖ ਹੋਏ, ਕੈ ਪਾਪ ਕਮਾਵੈ ਦੁਰਮਤ ਦਹਿਆ। ਬਿਰਥਾ ਜਨਮ ਗਵਾਇਨ, ਭਵਜਲ ਅੰਦਰ ਫਿਰਦਾ ਬਹਿਆ। 6 ਪੁੱਤਰ ਜਾਏ ਬੇਸੁਆ, ਪਾਪਾਂ ਦੇ ਫਲ ਇੱਛੇ ਲਹਿਆ। ਪੁੱਤਰ ਉਪੰਨਾ 7ਵਾਂ ਨਾਉ, ਧਰਨ 9 ਚਿਤ ਉਮਹਿਆ। ਗੁਰੂ ਦੁਆਰੇ ਜਾਏ, ਕੈ ਗੁਰਮੁਖ ਨਾਉ ਨਰੈਣ ਕਹਿਆ। ਅੰਤ ਕਾਲ ਜਮਦੂਤ ਵੇਖ, ਪੁੱਤ ਨਰੈਣ ਬੋਲੇ ਸਹਿਆ। ਜਾਗਮਣ ਮਾਰੇ ਹਰ ਜਨਾ ਗਿਆ, ਸੁਰਗ ਜਮ ਡੰਡ ਨ ਸਹਿਆ। ਨਾਏ ਲਏ ਦੁਖ ਡੇਰਾ ਢਹਿਆ। ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਜਪਣ ਕਰਕੇ ਵੱਡੇ ਵੱਡੇ ਪਾਪੀਆਂ ਦਾ ਵੀ ਉਧਾਰ ਕੀਤਾ ਹੈ ਪਰਮੇਸ਼ਰ ਨੇ। ਚਰਨ ਬਾਧਕ ਜਨ ਤੇਊ ਮੁਕਤ ਭਏ। ਜਿਹੜੇ ਬਾਧਕ, ਜਿਹੜੇ ਸ਼ਿਕਾਰੀ ਨੇ ਦੁਆਪਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਕਮਲਾਂ ਵਿੱਚ ਤੀਰ ਮਾਰਿਆ ਸੀ, ਉਹ ਸ਼ਿਕਾਰੀ, ਉਹ ਪੁਰਸ਼ ਵੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਸੀ। ਚਰਨ ਬਾਧਕ ਜਨ ਤੇਊ ਮੁਕਤ ਭਏ। ਕਿ ਜਿਹੜੇ ਬਾਧਕ ਸ਼ਿਕਾਰੀ ਨੇ ਦੁਆਪਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਕਮਲਾਂ ਵਿੱਚ ਤੀਰ ਮਾਰਿਆ ਸੀ, ਉਹ ਸ਼ਿਕਾਰੀ, ਉਹ ਪੁਰਸ਼ ਵੀ ਮੁਕਤੀ ਨੂੰ ਪ੍ਰਾਪਤ ਹੋ ਗਿਆ ਸੀ। ਚਰਨ ਬਾਧਕ, ਬਾਧਕ ਦੀ ਸਾਖੀ ਹੈ ਇੱਥੇ ਕਿ ਜਿਸ ਵੇਲੇ 56 ਕਰੋੜ ਜਾਦਮਾਂ ਦੀ ਆਪੋ ਵਿੱਚ ਦੀ ਜੰਗ ਹੋਣ ਕਰਕੇ ਉਹ ਸਾਰੇ ਸਮਾਪਤ ਹੋ ਗਏ। ਜਿਸ ਵੇਲੇ 56 ਕਰੋੜ ਜਾਦਵਾਂ ਦੀ ਆਪੋ ਵਿੱਚ ਦੀ ਜੰਗ ਹੋਣ ਕਰਕੇ ਸਾਰੇ ਸਮਾਪਤ ਹੋ ਗਏ, ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਉਦਾਸ ਹੋ ਕੇ ਸੋਮ ਤੀਰਥ ਤੇ ਪ੍ਰਭਾਸ ਖੇਤਰ ਵਾਲੇ ਸਥਾਨ ਉੱਪਰ ਜਾ ਕੇ ਗੋਡੇ ਦੇ ਉੱਪਰ ਪੈਰ ਰੱਖ ਕੇ ਸੌਂ ਗਏ। ਜਦੋਂ ਇਹ ਜੰਗ ਸਮਾਪਤ ਹੋਇਆ, ਭਗਵਾਨ ਕ੍ਰਿਸ਼ਨ ਜੀ ਉਦਾਸ ਹੋ ਕੇ ਜਦੋਂ ਸਾਰੇ ਹੀ ਮਰ ਗਏ, ਸੋਮ ਤੀਰਥ ਤੇ ਅਸਥਾਨ ਉੱਪਰ ਜਾ ਕੇ ਗੋਡੇ ਦੇ ਉੱਪਰ ਪੈਰ ਰੱਖ ਕੇ ਸੌਂ ਗਏ। ਉਹਨਾਂ ਦੇ ਪੈਰ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਪਦਮ ਸੀ। ਉਹ ਪਦਮ ਤਾਰੇ ਵਾਂਗ ਲਿਸ਼ਕਾਰੇ ਮਾਰਦੀ ਸੀ। ਉਧਰੋਂ ਇੱਕ ਸ਼ਿਕਾਰੀ ਬਾਧਕ ਕਿਸੇ ਸ਼ਿਕਾਰ ਦੀ ਭਾਲ ਵਿੱਚ ਜੰਗਲ ਵਿੱਚ ਫਿਰਦਾ ਪਿਆ ਸੀ। ਕ੍ਰਿਸ਼ਨ ਭਗਵਾਨ ਜੀ ਗੋਡੇ ਤੇ ਪੈਰ ਰੱਖੀ ਪਏ ਨਾ, ਤੇ ਉਧਰੋਂ ਇੱਕ ਸ਼ਿਕਾਰੀ ਕਿਸੇ ਸ਼ਿਕਾਰ ਦੀ ਭਾਲ ਵਿੱਚ ਜੰਗਲ ਵਿੱਚ ਫਿਰਦਾ ਸੀ। ਤਾਂ ਉਸਨੇ ਕ੍ਰਿਸ਼ਨ ਜੀ ਦੇ ਚਰਨਾਂ ਦਾ ਲਿਸ਼ਕਾਰਾ ਹੁੰਦਾ ਦੇਖਿਆ। ਪਦਮ ਇੱਕ ਹਿਰਨ ਦੀ ਅੱਖ ਵਰਗਾ ਦਿਸਿਆ ਉਸਨੂੰ। ਜਿਹੜੀ ਪੈਰ ਦੇ ਵਿੱਚ ਪਦਮ ਸੀ, ਉਸ ਦਾ ਲਿਸ਼ਕਾਰਾ ਹਿਰਨ ਦੀ ਅੱਖ ਵਰਗਾ ਦਿਸਿਆ। ਇਸ ਨੇ ਹਿਰਨ ਦੀ ਅੱਖ ਸਮਝ ਕੇ ਨਿਸ਼ਾਨਾ ਬੰਨ੍ਹ ਕੇ ਤੀਰ ਮਾਰ ਦਿੱਤਾ, ਜੋ ਭਗਵਾਨ ਕ੍ਰਿਸ਼ਨ ਜੀ ਦੇ ਪੈਰਾਂ ਵਿੱਚ ਜਾ ਵੱਜਿਆ। ਜਦੋਂ ਬਾਧਕ ਨੇ, ਸ਼ਿਕਾਰੀ ਨੇ ਉੱਥੇ ਜਾ ਕੇ ਵੇਖਿਆ ਤਾਂ ਭਗਵਾਨ ਕ੍ਰਿਸ਼ਨ ਜੀ ਦਾ ਮੁਖ ਦੇਖ ਕੇ ਉੱਚੀ ਉੱਚੀ ਰੋਣ ਲੱਗ ਪਿਆ। ਸ਼ਿਕਾਰੀ ਕਹਿਣ ਲੱਗਿਆ ਕਿ ਮੇਰੇ ਕੋਲੋਂ ਬਹੁਤ ਅਨਰਥ ਹੋ ਗਿਆ ਹੈ ਮਹਾਰਾਜ,
ਜੋ ਆਪ ਜੀ ਦੇ ਚਰਨਾਂ ਨੂੰ ਹਿਰਨ ਦੀ ਅੱਖ ਸਮਝ ਕੇ ਭੁਲੇਖੇ ਵਿੱਚ ਤੀਰ ਮਾਰ ਬੈਠਾ ਹਾਂ। ਤਾਂ ਕ੍ਰਿਸ਼ਨ ਭਗਵਾਨ ਜੀ ਨੇ ਉਸ ਨੂੰ ਗਲ ਨਾਲ ਲਾ ਲਿਆ ਤੇ ਕਿਹਾ ਕਿ ਇਹ ਵਿਧਾਨ ਹੀ ਇਸ ਤਰ੍ਹਾਂ ਹੋਣਾ ਸੀ। ਜਿਹੜਾ ਕੁਛ ਹੋ ਗਿਆ ਤੈਂ ਤੀਰ ਮਾਰਿਆ ਹੈ, ਇਹ ਇਸੇ ਤਰ੍ਹਾਂ ਹੀ ਹੋਣਾ ਸੀ, ਕਿਉਂਕਿ ਤੂੰ ਪਿਛਲੇ ਜਨਮ ਤ੍ਰੇਤੇ ਯੁੱਗ ਵਿੱਚ ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਬਾਲੀ ਸੀਗਾ ਤੇ ਅਸੀਂ ਭਗਵਾਨ ਰਾਮਚੰਦਰ ਜੀ ਦੇ ਰੂਪ ਵਿੱਚ ਸੀ। ਉਸ ਸਮੇਂ ਤ੍ਰੇਤੇ ਯੁੱਗ ਵਿੱਚ ਉਸ ਵੇਲੇ ਅਸੀਂ ਸੁਗਰੀਵ ਦੀ ਮਦਦ ਲਈ ਤੇਰੇ ਲੁਕ ਕੇ ਤੀਰ ਮਾਰਿਆ ਸੀ, ਕਿਉਂਕਿ ਤੂੰ ਦੇਵਤਿਆਂ ਕੋਲੋਂ ਵਰ ਲਿਆ ਹੋਇਆ ਸੀ, ਜੋ ਵੀ ਤੇਰੇ ਨਾਲ ਜੰਗ ਕਰੇ ਉਸ ਦਾ ਅੱਧਾ ਬਲ ਮੇਰੇ ਵਿੱਚ ਆ ਜਾਵੇ, ਇਹ ਤੇਰੇ 'ਚ ਵਰ ਸੀ ਉਸ ਸਮੇਂ। ਇਉਂ ਅਸੀਂ ਲੁਕ ਕੇ ਕਹਿਣ ਲੱਗੇ ਕ੍ਰਿਸ਼ਨ ਭਗਵਾਨ ਤੇਰੇ ਤੀਰ ਮਾਰਿਆ ਸੀ ਤੇ ਉਸ ਵੇਲੇ ਤੂੰ ਇਹ ਸੰਕਲਪ ਕੀਤਾ ਸੀ ਜਦੋਂ ਤੀਰ ਮਾਰੇ ਤੋਂ ਮਰਿਆ ਸੀ ਕਿ ਜਿਸ ਨੇ ਮੇਰੇ ਤੀਰ ਮਾਰਿਆ ਹੈ ਉਸ ਨੂੰ ਮੈਂ ਵੀ ਉਸੇ ਤਰ੍ਹਾਂ ਹੀ ਮਾਰਾਂਗਾ। ਉਸੇ ਸੰਕਲਪ ਕਰਕੇ ਕ੍ਰਿਸ਼ਨ ਭਗਵਾਨ ਜੀ ਕਹਿਣ ਲੱਗੇ ਤੈਨੂੰ ਹੁਣ ਬਦਕ ਦਾ ਸ਼ਿਕਾਰੀ ਦਾ ਰੂਪ ਮਿਲਿਆ ਹੈ ਤੇ ਤੂੰ ਸਾਡੇ ਤੀਰ ਮਾਰ ਕੇ ਆਪਣਾ ਜਿਹੜਾ ਸੰਕਲਪ ਤ੍ਰੇਤੇ ਯੁੱਗ ਦੇ ਵਿੱਚ ਕੀਤਾ ਸੀ ਉਹ ਪੂਰਾ ਹੋਇਆ ਹੈ। ਇਸ ਪ੍ਰਕਾਰ ਭਗਵਾਨ ਨੇ ਕ੍ਰਿਸ਼ਨ ਜੀ ਨੇ ਉਸ ਸ਼ਿਕਾਰੀ ਦੇ ਸਾਰੇ ਔਗਣ ਕੱਟ ਕੇ ਉਸ ਨੂੰ ਮੁਕਤ ਕਰ ਦਿੱਤਾ। ਇਸ ਸਾਰੇ ਪ੍ਰਸੰਗ ਨੂੰ ਭਾਈ ਗੁਰਦਾਸ ਜੀ ਇਸ ਪ੍ਰਕਾਰ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ ਕਿ ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੈ ਬਾਂਗੀ ਤਾਰੇ, ਬਦਕ ਆਇਆ ਭਾਲਦਾ ਮਿਰਗੈ ਜਾਣ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਣਿਓ, ਦਰਸ਼ਨ ਡਿਠੋਸ ਜਾਏ ਕੈ, ਕਰਨ ਪਲਾਬ ਕਰੇ ਪੁਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਅਵਗੁਣ ਕੀਤਾ ਹਰ ਨਾ ਚਿਤਾਰੇ, ਕਰ ਕਿਰਪਾ ਸੰਤੋਖਿਆ ਪਤਤ ਉਦਾਹਰਨ ਬਿਰਦ ਵਿਚਾਰੇ, ਭਲੇ ਭਲੇ ਕਰ ਮੰਨੀਅਨ, ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰੇਂਦੇ ਪਤਤ ਉਧਾਰੇ। ਕਿ ਪਾਪ ਕਰਨ ਵਾਲੇ ਨੂੰ ਵੀ ਕ੍ਰਿਸ਼ਨ ਭਗਵਾਨ ਜੀ ਨੇ ਮੁਕਤ ਕਰ ਦਿੱਤਾ ਸੀ। ਹਉ ਬਲ ਬਲ ਜਿਨ ਰਾਮ ਕਹੇ, ਕਹਿਣ ਲੱਗੇ ਨਾਮਦੇਵ ਜੀ ਕਿ ਇਹ ਭਾਈ ਮੈਂ ਤਾਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲ ਬਲ ਬਿਲਹਾਰ ਕੁਰਬਾਨ ਜਾਂਦਾ ਹਾਂ। ਜਿਨ ਰਾਮ ਕਹੇ, ਜਿਨ੍ਹਾਂ ਨੇ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਤਾਈਂ ਕਹਿਣਾ ਕੀਤਾ ਹੈ। ਹਉ ਬਲ ਬਲ ਜਿਨ ਰਾਮ ਕਹੇ, ਕਿ ਭਗਤ ਨਾਮਦੇਵ ਜੀ ਕਹਿਣ ਲੱਗੇ ਹੈ ਭਾਈ ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲ ਬਲ ਬਲਹਾਰ ਕੁਰਬਾਨ ਜਾਂਦਾ ਹਾਂ। ਜਿਨ ਰਾਮ ਕਹੇ, ਜਿਨ੍ਹਾਂ ਨੇ ਰਾਮ ਰਮੇ ਹੋਏ ਪਰਮੇਸ਼ਰ ਦੇ ਨਾਮ ਤਾਈਂ ਕਹਿਣਾ ਕੀਤਾ ਹੈ। ਦੂਸਰੇ ਪ੍ਰਕਰਨ ਦੇ ਵਿੱਚ ਨਾਮਦੇਵ ਜੀ ਅੱਗੇ ਕਥਨ ਕਰਦੇ ਹਨ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ, ਜਾਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੀ ਤੇਊ ਤਰੇ। ਭਗਤ ਕਬੀਰ ਜੀ ਕਹਿਣ ਲੱਗੇ ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਇਹਨਾਂ ਤੇ ਸਾਖੀਆਂ ਹਨ ਸਾਰਿਆਂ ਦੀਆਂ ਕਿ ਦਾਸੀ ਟਹਿਲਣ ਦਾ ਪੁੱਤਰ ਭਾਵ ਨਾਰਦ ਮੁਨੀ, ਦਾਸੀ ਦਾ ਪੁੱਤਰ ਜੋ ਬਿਦਰ ਭਗਤ ਸੀ ਅਤੇ ਬਾਲ ਸਖਾਈ ਸੁਦਾਮਾ ਭਗਤ ਆਦ ਨੂੰ ਵੀ ਇਸ ਦੁਖਦਾਈ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ। ਅਤੇ ਜੋ ਕ੍ਰਿਸ਼ਨ ਭਗਵਾਨ ਜੀ ਦਾ ਨਾਨਾ ਉਗਰ ਸੈਨ ਸੀ, ਉਸ ਦੇ ਤਾਈਂ ਜਿਉਂਦੇ
ਜੀ ਰਾਜ ਭਾਗ ਦੇਣਾ ਕੀਤਾ ਅਤੇ ਅੰਤ ਨੂੰ ਉਸ ਨੂੰ ਮੁਕਤ ਕਰ ਦਿੱਤਾ। ਇਹਨਾਂ ਤੇ ਸਾਰਿਆਂ ਤੇ ਸਾਖੀਆਂ ਹਨ ਕਿ ਨਾਰਦ ਮੁਨੀ ਦੀ ਸਾਖੀ ਹੈ। ਨਾਰਦ ਮੁਨੀ ਪਿਛਲੇ ਜਨਮ ਵਿੱਚ ਇੱਕ ਦਾਸੀ ਦਾ ਪੁੱਤਰ ਸੀ ਤੇ ਇਹ ਸੰਤਾਂ ਦੀ ਸੰਗਤ ਕਰਿਆ ਕਰਦਾ ਸੀ। ਸੰਤਾਂ ਦੀ ਸੰਗਤ ਕਰਿਆ ਕਰਦਾ ਸੀ। ਇਸ ਨੇ ਮਹਾਤਮਾ ਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਨਾਲ ਰੱਖ ਲੈਣਾ ਕਰੋ। ਅੱਗੋਂ ਮਹਾਤਮਾ ਨੇ ਕਿਹਾ ਕਿ ਤੇਰੀ ਮਾਂ ਬਹੁਤ ਬਿਰਧ ਹੋ ਚੁੱਕੀ ਹੈ, ਜਿਤਨਾ ਚਿਰ ਉਸ ਦਾ ਸਰੀਰ ਹੈ ਉਤਨਾ ਚਿਰ ਉਸ ਦੀ ਸੇਵਾ ਕਰ, ਟਹਿਲ ਕਰਨੀ ਕਰ, ਇਹੋ ਤੇਰਾ ਧਰਮ ਹੈ। ਫਿਰ ਬਾਅਦ ਵਿੱਚ ਸਾਡੇ ਨਾਲ ਆ ਜਾਵੀਂ। ਫਿਰ ਨਾਰਦ ਮੁਨੀ ਆਪਣੀ ਮਾਂ ਦੀ ਸੇਵਾ ਕਰਨ ਲੱਗ ਪਿਆ ਤੇ ਨਾਲ ਇਹ ਕਿਹਾ ਕਹੇ ਕਿ ਮਰ ਜਾਵੇਂ ਮਾਂ, ਮਰ ਜਾਵੇਂ ਮਾਂ। ਕੁਝ ਸਮੇਂ ਬਾਅਦ ਉਸ ਦੀ ਮਾਂ ਮਰ ਗਈ ਤੇ ਫਿਰ ਇਹ ਸੰਤਾਂ ਦੇ ਨਾਲ ਰਲ ਗਿਆ। ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਇਸ ਨੂੰ ਫੁਰਨਾ ਆਇਆ ਕਿ ਬ੍ਰਹਮਾ ਸਭ ਨਾਲੋਂ ਵੱਡਾ ਹੈ ਅਤੇ ਮੈਂ ਬ੍ਰਹਮਾ ਦਾ ਪੁੱਤਰ ਬਣ ਜਾਵਾਂ। ਇਸ ਭਾਵਨਾ ਨੂੰ ਲੈ ਕੇ ਸੰਗਤ ਕਰਦਾ ਰਿਹਾ ਕਿ ਮੈਂ ਬ੍ਰਹਮਾ ਦਾ ਪੁੱਤਰ ਬਣ ਜਾਵਾਂ। ਭਾਵਨਾ ਇਹ ਬਣੀ ਤੇ ਸੰਗਤ ਕਰਦਾ ਰਿਹਾ। ਫਿਰ ਦੂਸਰੇ ਜਨਮ ਵਿੱਚ ਬ੍ਰਹਮਾ ਦਾ ਪੁੱਤਰ ਨਾਰਦ ਮੁਨੀ ਬਣ ਕੇ ਜੰਮਿਆ ਸੀ। ਸੋ ਇਉਂ ਇਹ ਦਾਸੀ ਦਾ ਪੁੱਤਰ ਹੋਣ ਕਰਕੇ ਅਤੇ ਸੰਤਾਂ ਦੀ ਸੰਗਤ ਕਰਕੇ ਬ੍ਰਹਮਾ ਦਾ ਪੁੱਤਰ ਬਣਿਆ ਸੀ। ਬਿਦਰ ਭਗਤ ਜੀ ਦੀ ਸਾਖੀ ਹੈ। ਰਾਜਾ ਬਚਿੱਤਰੀਆ ਦੀ ਦਾਸੀ ਸੁਦੇਸਨਾ ਦੇ ਉਦਰ ਤੋਂ ਬਿਆਸ ਦਾ ਪੁੱਤਰ ਬਿਦਰ ਭਗਤ ਹੋਇਆ ਹੈ। ਇਹ ਬਹੁਤ ਗੁਣੀ, ਨੀਤੀ ਦੇਵਾ, ਈਸ਼ਵਰ ਭਗਤ ਅਤੇ ਸਤ ਵਕਤਾ ਸੀ। ਜਿਸ ਵੇਲੇ ਭਗਵਾਨ ਕ੍ਰਿਸ਼ਨ ਜੀ ਪਾਂਡਵਾਂ ਨੂੰ 5 ਪਿੰਡ ਦਿਵਾਉਣ ਵਾਸਤੇ ਦੁਰਯੋਧਨ ਨੂੰ ਮਿਲਣ ਲਈ ਆਏ ਤਾਂ ਦੁਰਯੋਧਨ ਨੇ ਸੋਚਿਆ ਕਿ ਜੇਕਰ ਮੈਂ ਭਗਵਾਨ ਕ੍ਰਿਸ਼ਨ ਜੀ ਦੇ ਆਉਣ ਤੋਂ ਖੜਾ ਹੋ ਗਿਆ ਤਾਂ ਲੋਕ ਕਹਿਣਗੇ ਇਹ ਛੋਟਾ ਹੈ। ਭਗਵਾਨ ਕ੍ਰਿਸ਼ਨ ਦੇ ਆਉਣ ਤੋਂ ਖੜਾ ਹੋ ਗਿਆ ਹੈ, ਇਹ ਛੋਟਾ ਹੈ। ਤੇ ਜੇਕਰ ਨਾ ਖੜਿਆ ਹੋਇਆ ਤਾਂ ਕ੍ਰਿਸ਼ਨ ਜੀ ਦੀ ਨਾਰਾਜ਼ਗੀ, ਕ੍ਰਿਸ਼ਨ ਜੀ ਨਰਾਦਰੀ ਸਮਝਣਗੇ। ਇਸ ਤਰ੍ਹਾਂ ਵਿਚਾਰ ਕੇ ਇਹ ਕ੍ਰਿਸ਼ਨ ਜੀ ਦੇ ਆਉਣ ਤੋਂ ਪਹਿਲਾਂ ਹੀ ਹਾਥੀਆਂ ਦੇ ਤਵੇਲੇ ਵਿੱਚ ਚਲਿਆ ਗਿਆ ਤੇ ਉੱਥੇ ਹੀ ਖੜੋਤੇ ਮਿਲ ਲਵਾਂਗੇ ਸੋਚਦਾ ਹੈ। ਜਦੋਂ ਕ੍ਰਿਸ਼ਨ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰੇ ਜਾਣ ਤੇ ਖੜਾ ਹੋਣ ਤੋਂ ਛੋਟਾ ਮੰਨਦਾ ਹੈ ਤੇ ਜੇ ਮੈਂ ਜਾਂਦਾ ਸੀ ਤਾਂ ਇਹ ਨਰਾਦਰੀ ਸਮਝਦਾ ਸੀ ਕਿ ਹਾਥੀਆਂ ਦੇ ਤਵੇਲੇ ਵਿੱਚ ਖੜਾ ਹੋ ਗਿਆ, ਉੱਥੇ ਮਿਲਾਂਗੇ। ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਪਿੱਛੇ ਹੀ ਵਾਪਸ ਮੁੜ ਗਏ ਕ੍ਰਿਸ਼ਨ ਭਗਵਾਨ ਤੇ ਬਿਦਰ ਭਗਤ ਜੀ ਦੇ ਪ੍ਰੇਮ ਕਰਕੇ ਉਹਨਾਂ ਦੀ ਝੁੱਗੀ ਵਿੱਚ ਰਾਤ ਕੱਟਣ ਲਈ ਠਹਿਰੇ। ਜਦੋਂ ਅਗਲੇ ਦਿਨ ਦੁਰਯੋਧਨ ਦੀ ਸਭਾ ਵਿੱਚ ਆਏ ਤਾਂ ਦੁਰਯੋਧਨ ਬੜੇ ਰੁੱਖੇ ਜਿਹੇ ਸੁਭਾਅ ਨਾਲ ਕਹਿੰਦਾ ਕ੍ਰਿਸ਼ਨ ਭਗਵਾਨ ਜੀ ਨੂੰ ਕਿ ਕ੍ਰਿਸ਼ਨ ਜੀ ਤੁਸੀਂ ਭੀਖਮ ਦਰੋਣਾ ਅਤੇ ਕਰਨ ਵਰਗੇ ਸਭਾ ਦੇ ਸ਼ਿੰਗਾਰ ਬਲੀ ਪੁਰਸ਼ਾਂ ਨੂੰ ਛੱਡ ਕੇ ਇੱਕ ਗੋਲੇ ਦੇ ਘਰ ਜਾ ਕੇ ਰਹੇ। ਇਹ ਗੱਲ ਯੋਗ ਨਹੀਂ। ਤਾਂ ਭਗਵਾਨ ਕ੍ਰਿਸ਼ਨ ਜੀ ਹੱਸ ਕੇ ਕਿਹਾ ਕਿ ਹੇ ਰਾਜਨ ਸੁਣਨਾ ਕਰ, ਮੈਨੂੰ ਤੇਰੇ ਵਿੱਚ ਕੋਈ ਪ੍ਰੇਮ ਨਹੀਂ ਦਿਸਿਆ। ਜਦੋਂ ਅਸੀਂ ਆਏ ਉਦੋਂ ਹਾਥੀਆਂ ਦੇ ਤਵੇਲੇ ਵਿੱਚ ਚਲਿਆ ਗਿਆ। ਇਹੋ ਜਿਹਾ ਪ੍ਰੇਮ ਬਿਦਰ ਦੇ ਚਿੱਤ ਵਿੱਚ ਹੈ। ਉਸ ਨੇ ਪ੍ਰੇਮ ਨਾਲ ਜੋ ਪਾਣੀ ਪਿਲਾਇਆ ਹੈ ਉਹ ਅੰਮ੍ਰਿਤ ਦੀ ਨਿਆਈ ਸੀ ਤੇ ਤੇਰੇ ਘਰ ਵਿੱਚ ਦੁੱਧ ਨਾਲੋਂ ਕਿਤੇ ਚੰਗਾ ਸੀ ਉਸ ਦਾ ਪਾਣੀ, ਅਤੇ ਤੇਰੇ ਘਰ ਦੀ ਖੀਰ ਦੇ ਸਮਾਨ ਮੈਂ ਉਸ ਦੇ ਘਰੋਂ ਸਲੂਣਾ ਸਾਗ ਖਾਧਾ ਹੈ
ਤੇ ਉਹ ਸਾਰੀ ਰਾਤ ਪਰਮੇਸ਼ਰ ਦੇ ਗੁਣ ਗਾਉਂਦਿਆਂ ਬਤੀਤ ਕੀਤੀ ਹੈ। ਇਸ ਪ੍ਰਕਾਰ ਬਿਦਰ ਭਗਤ ਨੂੰ ਵੀ ਮੁਕਤ ਕਰਨਾ ਕੀਤਾ। ਜੈਸਾ ਕਿ ਆਇਆ ਸੁਣਿਆ ਬਿਦਰ ਦੈ, ਬੋਲੇ ਦੁਰਜੋਧਨ ਹੋਏ ਰੁੱਖਾ। ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ। ਭੀਖਮ ਦਰੋਣਾ ਕਾਰਨ ਤਜ, ਸਭਾ ਸ਼ਿਗਾਰ ਵੱਡੇ ਮਨੁੱਖਾ। ਝੁੱਗੀ ਜਾਏ ਬਲਾਇਉਨ ਸਭਨਾ ਦੇ ਜੀ ਅੰਦਰ ਧੋਖਾ। ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨਾ ਦਿਸਈ ਮੇਰੇ ਨਾਹੀ ਅਪਦਾ ਦੁੱਖਾ। ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ। ਗੋਵਿੰਦ ਭਾਉ ਭਗਤ ਦਾ ਭੁੱਖਾ। ਕਹਿਣ ਲੱਗੇ ਗੋਵਿੰਦ ਭਾਉ ਭਗਤ ਦਾ ਭੁੱਖਾ। ਉਸ ਤੋਂ ਬਾਅਦ ਸੁਦਾਮੇ ਭਗਤ ਦੀ ਸਾਖੀ ਹੈ ਕਿ ਉਗਰਸੈਨ ਕੋ ਰਾਜ ਦੀਏ, ਦਾਸੀ ਸੁਤ ਜਨ ਬਿਦਰ ਸੁਦਾਮਾ। ਸੁਦਾਮੇ ਭਗਤ ਦੀ ਸਾਖੀ ਹੈ। ਇੱਕ ਸੁਦਾਮਾ ਨਾਮ ਦਾ ਬ੍ਰਾਹਮਣ ਸੀ ਜੋ ਬਚਪਨ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਉਹਨਾਂ ਦੇ ਗੁਰੂ ਸੰਦੀਪਨ ਕੋਲ ਇਕੱਠੇ ਪੜ੍ਹਦੇ ਰਹੇ ਸਨ। ਇੱਕ ਦਿਨ ਸੰਦੀਪਨ ਨੇ ਇਹਨਾਂ ਨੂੰ ਜੰਗਲ ਵਿੱਚੋਂ ਲੱਕੜਾਂ ਲਿਆਉਣ ਲਈ ਕਿਹਾ। ਇਹ ਲੱਕੜਾਂ ਲੈਣ ਲਈ ਗਏ ਦੋਵੇਂ। ਇਸ ਦੇ ਕੋਲ ਕੁਝ ਭੁੰਨੇ ਹੋਏ ਚੌਲ ਸਨ ਜੋ ਕ੍ਰਿਸ਼ਨ ਜੀ ਤੋਂ ਚੋਰੀ ਬੁੱਕਲ ਵਿੱਚ ਮੂੰਹ ਲੁਕੋ ਕੇ ਖਾਈ ਜਾਂਦਾ ਸੀ। ਕ੍ਰਿਸ਼ਨ ਜੀ ਨੇ ਮੂੰਹ ਹਿਲਾਉਂਦੇ ਨੂੰ ਵੇਖ ਕੇ ਕਿਹਾ ਕਿ ਕੀ ਗੱਲ ਹੈ, ਤੇਰਾ ਮੂੰਹ ਕਿਉਂ ਹਿੱਲੀ ਜਾਂਦਾ ਹੈ? ਤਾਂ ਕਹਿੰਦਾ ਕਿ ਪਾਲੇ ਕਰਕੇ ਹਿਲਦਾ ਹੈ। ਇਹ ਝੂਠ ਬੋਲ ਦਿੱਤਾ। ਜਦ ਕ੍ਰਿਸ਼ਨ ਜੀ ਨੇ ਸੁਭਾਵਕ ਹੀ ਕਹਿ ਦਿੱਤਾ ਕਿ ਜਾ ਓਏ ਦਲਿਦਰੀਆ, ਇਹ ਚੌਲਾਂ ਬਦਲੇ ਝੂਠ ਬੋਲ ਦਿੱਤਾ। ਇਸ ਪ੍ਰਕਾਰ ਸੁਦਾਮਾ ਦਲਿਦਰੀ ਹੋ ਗਿਆ। ਜਦ ਵੱਡਾ ਹੋਇਆ ਤਾਂ ਘਰਦਿਆਂ ਨੇ ਇਸ ਦਾ ਵਿਆਹ ਕਰ ਦਿੱਤਾ। ਘਰ ਦੇ ਵਿੱਚ ਖਾਣ ਨੂੰ ਕੁਝ ਵੀ ਨਾ ਰਿਹਾ। ਇੱਕ ਦਿਨ ਇਸ ਦੀ ਘਰਵਾਲੀ ਨੇ ਇਸ ਨੂੰ ਕਿਹਾ ਕਿ ਤੂੰ ਹਰ ਰੋਜ਼ ਹੀ ਕਹਿੰਦਾ ਰਹਿੰਦਾ ਹੈ ਕਿ ਕ੍ਰਿਸ਼ਨ ਭਗਵਾਨ ਮੇਰਾ ਬਚਪਨ ਦਾ ਮਿੱਤਰ ਹੈ, ਤੇ ਫਿਰ ਉਸ ਕੋਲ ਜਾ ਕੇ ਆਪਣੀ ਸਾਰੀ ਗਰੀਬੀ ਕਿਉਂ ਨਹੀਂ ਦੂਰ ਕਰ ਲੈਂਦਾ? ਇਉਂ ਘਰਵਾਲੀ ਦਾ ਪ੍ਰੇਰਿਆ ਹੋਇਆ ਇੱਕ ਪੁਰਾਣੇ ਜਿਹੇ ਕੱਪੜੇ ਵਿੱਚ ਭੁੰਨੇ ਹੋਏ ਚੌਲ ਪਾ ਕੇ ਤੇ ਗਿਣਤੀਆਂ ਗਿਣਦਾ ਹੋਇਆ ਤੁਰ ਪਿਆ ਤੇ ਮਨ ਵਿੱਚ ਸੋਚਦਾ ਜਾਂਦਾ ਹੈ ਕਿ ਕਿਵੇਂ ਭਗਵਾਨ ਦੇ ਨਾਲ ਮਿਲਾਂਗਾ। ਇਉਂ ਸੋਚਦਾ ਦਵਾਰਕਾ ਵਿੱਚ ਕ੍ਰਿਸ਼ਨ ਭਗਵਾਨ ਜੀ ਦੇ ਦਰਬਾਰ ਦੇ ਬਾਹਰ ਸਿੰਘ ਪੌੜ ਜੋ ਖੜਾ ਹੋਇਆ ਸੀ ਪਹਿਰੇਦਾਰ, ਕਿ ਉਹ ਦਵਾਰਕਾ ਦੇ ਅੰਦਰ ਨਾ ਜਾਣ ਦੇਵੇ। ਜਦੋਂ ਨਾ ਜਾਣ ਦੇਵੇ, ਜਦ ਕ੍ਰਿਸ਼ਨ ਜੀ ਨੂੰ ਪਤਾ ਲੱਗਿਆ ਤਾਂ ਉਹ ਆਪਣਾ ਸਿੰਘਾਸਣ ਛੱਡ ਕੇ ਨੰਗੇ ਪੈਰੀਂ ਭੱਜੇ ਆਏ। ਸੁਦਾਮੇ ਨੂੰ ਆਪਣੇ ਗਲ ਨਾਲ ਲਾ ਲਿਆ ਕ੍ਰਿਸ਼ਨ ਭਗਵਾਨ ਨੇ। ਚਰਨ ਧੋ ਕੇ ਸਿੰਘਾਸਣ ਉੱਪਰ ਬਿਠਾਇਆ। ਕ੍ਰਿਸ਼ਨ ਜੀ ਨੇ ਕਿਹਾ ਕਿ ਮੇਰੇ ਵਾਸਤੇ ਕੀ ਲੈ ਕੇ ਆਇਆ ਹੈ? ਉਸ ਵੇਲੇ ਸੁਦਾਮੇ ਨੇ ਫਟੇ ਹੋਏ ਕੱਪੜੇ ਵਿੱਚੋਂ ਭੁੰਨੇ ਹੋਏ ਚੌਲ ਕੱਢ ਕੇ ਦਿੱਤੇ। ਕ੍ਰਿਸ਼ਨ ਭਗਵਾਨ ਜੀ ਨੇ ਉਸ ਦੇ ਦਿੱਤੇ ਹੋਏ ਚੌਲ ਚੱਬ ਕੇ ਬਿਨਾਂ ਕਹਿਣ ਤੋਂ ਹੀ ਚਾਰੇ ਪਦਾਰਥ ਉਸ ਦੇ ਘਰ ਵਿੱਚ ਪਹੁੰਚਾ ਦਿੱਤੇ। ਇਉਂ ਹੋਰ ਪਿਆਰ ਦੇ ਵਚਨ ਕੀਤੇ ਤੇ ਫਿਰ ਕ੍ਰਿਸ਼ਨ ਜੀ ਨੇ ਸੁਦਾਮੇ ਨੂੰ ਵਿਦਾ ਕਰ ਦਿੱਤਾ। ਰਸਤੇ ਵਿੱਚ ਆਉਂਦਾ ਹੋਇਆ ਸੋਚਦਾ ਹੈ ਕਿ ਇਤਨੇ ਚਿਰ ਬਾਅਦ ਕ੍ਰਿਸ਼ਨ ਜੀ ਨੂੰ ਮਿਲਿਆ, ਫਿਰ ਵੀ ਕੁਝ ਮੰਗ ਨਾ ਸਕਿਆ ਤੇ ਉਹਨਾਂ ਨੇ ਵੀ ਕੁਝ ਨਹੀਂ ਦਿੱਤਾ। ਇਉਂ ਵਿਚਾਰਦਾ ਹੋਇਆ ਜਦੋਂ ਆਪਣੇ ਨਗਰ ਪਹੁੰਚਿਆ ਤਾਂ ਉੱਥੇ ਸੋਨੇ ਦੇ ਮਹਿਲ ਬਣੇ ਹੋਏ ਦੇਖੇ ਅਤੇ ਹੋਰ ਪਦਾਰਥ ਦੇਖ ਕੇ ਨਿਹਾਲ ਹੋ ਗਿਆ। ਇਉਂ ਸੁਦਾਮੇ ਨੂੰ ਵੀ ਕ੍ਰਿਸ਼ਨ ਭਗਵਾਨ ਨੇ ਕਿਰਤਾਰਥ ਕੀਤਾ ਸੀ ਕਿ
ਬਿਪ ਸੁਦਾਮਾ ਦਲਿਦਰੀ ਬਾਲ ਸਿਖਾਈ ਮਿੱਤਰ ਸਦਾਏ। ਲਾਗੂ ਹੋਏ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਚੱਲਿਆ ਗਿਣਦਾ ਗਣੀਆਂ ਕੋ ਕਰ ਜਾਈਐ ਕੌਣ ਮਿਲਾਏ। ਪਹੁੰਚਾ ਨਗਰ ਦੁਆਰਕਾ ਸਿੰਘ ਦੁਆਪਰ ਖਲੋਤਾ ਜਾਏ। ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ। ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ। ਦਰੋਣ ਕਲੈ ਪੈਰ ਧੋਏ ਸਿੰਘਾਸਨ ਉੱਤੇ ਬਿਠਾਏ। ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ। ਲੈ ਕੇ ਤੰਦੂਲ ਝੱਬਿਓਨ ਬੇਦਾ ਕਰੇ ਅੱਗੇ ਪਹੁੰਚਾਏ। ਚਾਰ ਪਦਾਰਥ ਸੰਕੋਚ ਪਠਾਏ। ਅਰ ਇਸੇ ਪ੍ਰਕਾਰ ਉਗਰਸੈਨ ਜੋ ਕੰਸ ਦਾ ਪਿਤਾ ਤੇ ਭਗਵਾਨ ਕ੍ਰਿਸ਼ਨ ਜੀ ਦਾ ਨਾਨਾ ਸੀ, ਇਸ ਦੇ ਕੋਲੋਂ ਇਸ ਦੇ ਪੁੱਤਰ ਕੰਸ ਨੂੰ ਜ਼ਬਰਦਸਤੀ ਸਾਰਾ ਰਾਜ ਖੋਹ ਲਿਆ ਸੀ। ਫਿਰ ਕ੍ਰਿਸ਼ਨ ਭਗਵਾਨ ਨੇ ਕੰਸ ਨੂੰ ਜੰਗ ਵਿੱਚ ਮਾਰ ਕੇ ਆਪਣੇ ਨਾਨੇ ਉਗਰਸੈਨ ਨੂੰ ਸਾਰਾ ਰਾਜ ਭਾਗ ਦੇ ਕੇ ਕਿਰਤਾਰਥ ਕੀਤਾ ਸੀ ਅਤੇ ਅੰਤ ਵੇਲੇ ਮੁਕਤ ਕਰ ਦਿੱਤਾ ਸੀ। ਉਗਰਸੈਨ ਕੋ ਰਾਜ ਅਭੈ ਭਗਤੈ ਜਨ ਦਿਓ। ਸਵਈਆਂ ਦੇ ਵਿੱਚ ਆਉਂਦਾ ਹੈ ਇਹ। ਜਾਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇਊ ਤਰੇ। ਭਗਤ ਜੀ ਕਹਿਣ ਲੱਗੇ ਜਾਪਹੀਨ, ਜਾਪ ਮੰਤਰ ਪਾਠ ਤੋਂ ਹੀਣੀ ਬੇਸਵਾ। ਤਾਪਹੀਨ ਤਪੱਸੀਆਂ ਤੋਂ ਹੀਣੀ ਕੁਬਜਾ। ਕੁਲਹੀਣ ਕੁਲਾਂ ਤੋਂ ਹੀਣਾ ਵਿਆਦ। ਅਤੇ ਕਰਮਹੀਨ ਸ੍ਰੇਸ਼ਟ ਕਰਮਾਂ ਤੋਂ ਹੀਣਾ ਅਜਾਮਲ ਸੀ। ਨਾਮੇ ਕੇ ਸੁਆਮੀ ਤੇਊ ਤਰੇ। ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਇਉਂ ਤੇਊ ਉਹ ਸਾਰੇ ਮੇਰੇ ਸੁਆਮੀ ਮਾਲਕ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਰ ਗਏ। ਫਿਰ ਅਸੀਂ ਐਸੇ ਨਾਮ ਨੂੰ ਜਪ ਕੇ ਕਿਉਂ ਨਹੀਂ ਤਰਾਂਗੇ। ਭਾਵ ਸਾਨੂੰ ਨਿਸ਼ਚਾ ਹੈ ਕਿ ਅਸੀਂ ਜ਼ਰੂਰ ਤਰ ਜਾਵਾਂਗੇ। ਇਉਂ ਭਗਤ ਨਾਮਦੇਵ ਜੀ ਨੇ ਉਸ ਤਰਕ ਕਰਨ ਵਾਲੇ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਉਸ ਨੂੰ ਸਮਝਾਉਣਾ ਕੀਤਾ ਹੈ ਕਿ ਜਿਹੜੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹਨ ਉਹ ਸਾਰੇ ਹੀ ਤਰ ਜਾਂਦੇ ਹਨ। ਭਾਵੇਂ ਪਾਪੀ ਹਨ, ਭਾਵੇਂ ਨਾਮ ਜਪਣ ਵਾਲੇ ਹਨ, ਸਾਰੇ ਹੀ ਤਰ ਜਾਂਦੇ ਹਨ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਨਾਮਦੇਵ ਜੀ ਨੇ ਇਸ ਸ਼ਬਦ ਦੇ ਰਾਹੀਂ ਸਮਝਾਉਣਾ ਕੀਤਾ ਹੈ। ਜਿੰਨਿਆਂ ਦੀਆਂ ਵੀ ਸਾਖੀਆਂ ਆਈਆਂ ਹਨ ਸਾਰਿਆਂ ਨੂੰ ਉਸ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਨੇ ਤਾਰਨਾ ਕੀਤਾ ਹੈ। ਇਸ ਯੁੱਗ ਦੇ ਵਿੱਚ ਕਿ ਪਰਮੇਸ਼ਰ ਦਾ ਰੂਪ ਜੋ ਹੈ ਅਕਾਲ ਪੁਰਖ ਦਾ, ਉਸ ਨੂੰ ਮਿਲਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਗੁਰੂ ਦੀ ਬਾਣੀ ਦੁਆਰਾ ਵਿਚਾਰ ਨੂੰ ਹਿਰਦੇ ਵਿੱਚ ਵਸਾ ਕੇ ਉਪਦੇਸ਼ ਦਿੰਦੇ ਹਨ। ਨਾਮ ਦਾ ਨਾਮ ਨੂੰ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਹੋਈਆਂ ਭੁੱਲਾਂ ਦੀ ਖਿਮਾ ਆਓ, ਸਮਾਂ ਹੋ ਚੁੱਕਿਆ ਹੈ।